ਹਫ਼ਤੇ ਭਰ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਲੈ ਕੇ ਮੈਂ ਬरुण कौर मान ਹਾਜ਼ਰ। ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਵੀਜ਼ਾ ਜਾਰੀ ਕਰਨ ਨਾਲ ਜੁੜੀਆਂ ਪ੍ਰਕਿਰਿਆਵਾਂ ਤੇਜ਼ੀ ਨਾਲ ਕੀਤੀਆਂ ਜਾ ਰਹੀਆਂ ਨੇ ਪੂਰੀਆਂ। ਅਮਰੀਕਾ ਵੱਲੋਂ ਬਿਆਨ ਜਾਰੀ। ਅਮਰੀਕਾ ਦਾ ਵੀਜ਼ਾ ਲੈਣ ਦੀ ਲੰਬੀ ਕਤਾਰ ਵਿੱਚ ਲੱਗੇ ਭਾਰਤੀਆਂ ਨੂੰ ਪਹਿਲ ਦੇ ਆਧਾਰ ਤੇ ਵੀ ਮਿਲੇਗਾ ਵੀਜ਼ਾ। ਅਮਰੀਕਾ ਵੱਲ ਵਧਿਆ ਵਿਦਿਆਰਥੀਆਂ ਦਾ ਰੁਝਾਨ, 5 ਵਿਦੇਸ਼ੀਆਂ ਚੋਂ ਇੱਕ ਭਾਰਤੀ। ਅਮਰੀਕਾ ਦੇ ਵਿੱਚ ਪ੍ਰਵਾਸੀਆਂ ਨੂੰ ਵੱਡੀ ਰਾਹਤ ਤੇ ਜੱਜ ਨੇ ਟਰੰਪ ਯੁੱਗ ਦੀਆਂ ਸ਼ਰਣ ਪਾਬੰਦੀਆਂ ਨੂੰ ਖਤਮ ਕਰਨ ਦੇ ਦਿੱਤੇ ਆਦੇਸ਼। ਅਮਰੀਕਾ ਵਿੱਚ ਨਜਾਇਜ਼ ਤਰੀਕੇ ਨਾਲ ਦਾਖਲ 63,000 ਤੋਂ ਵੱਧ ਪ੍ਰਵਾਸੀ ਵੱਡੀ ਮੁਸ਼ਕਿਲ ਵਿੱਚ ਘਿਰੇ। ਕੈਨੇਡਾ ਨੇ ਐਕਸਪ੍ਰੈਸ ਐਂਟਰੀ ਰਾਹੀਂ 16 ਨਵੇਂ ਕਿੱਤਿਆਂ ਦੇ ਕਾਮਿਆਂ ਲਈ ਖੋਲ੍ਹੇ ਰਾਹ। ਕੈਨੇਡਾ ਦੀ ਇਮੀਗ੍ਰੇਸ਼ਨ ਦਾ ਬੈਕਲੌਗ ਹੋਇਆ ਖਤਮ। ਕੈਨੇਡਾ 'ਚ ਨਵਾਂ ਐਕਸਪ੍ਰੈਸ ਐਂਟਰੀ ਸਿਸਟਮ ਵੀ ਲਾਗੂ। ਵਿਦੇਸ਼ਾਂ ਵਿੱਚ ਪੜ੍ਹਾਈ ਲਈ ਰੁਖ ਕਰ ਰਹੀ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਦੀ ਵੱਡੀ ਸੰਖਿਆ। ਗੈਰ ਕਾਨੂੰਨੀ ਪ੍ਰਵਾਸ ਰੋਕਣ ਦੇ ਲਈ ਬਰਤਾਨੀਆ ਤੇ ਫਰਾਂਸ ਵਿਚਾਲੇ ਸਮਝੌਤਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਭਾਰਤੀ ਪੇਸ਼ੇਵਰਾਂ ਦੇ ਲਈ 3000 ਵੀਜ਼ਿਆਂ ਨੂੰ ਦਿੱਤੀ ਹਰੀ ਝੰਡੀ। ਕੈਨੇਡਾ ਦੇ ਮਿਸੀਸਾਗਾ ਦੇ ਪੀਟਰਸਨ ਹਵਾਈ ਅੱਡੇ ਤੋਂ ਭਾਰਤ ਦੇ ਲਈ ਅਨਲਿਮਿਟਿਡ ਉਡਾਣਾਂ ਦੀ ਸ਼ੁਰੂਆਤ। ਸਾਊਦੀ ਅਰਬ ਜਾਣ ਵਾਲੇ ਭਾਰਤੀਆਂ ਨੂੰ ਵੀਜ਼ੇ ਲਈ ਹੁਣ ਨਹੀਂ ਦੇਣਾ ਹੋਏਗਾ ਪੁਲਿਸ ਕਲੀਅਰੈਂਸ ਸਰਟੀਫਿਕੇਟ। ਭਾਰਤ ਵਿੱਚ ਹਵਾਈ ਯਾਤਰੀਆਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ। ਹੁਣ ਬਿਨਾਂ ਮਾਸਕ ਦੇ ਵੀ ਕਰ ਸਕਣਗੇ ਸਫ਼ਰ। ਅਮਰੀਕਾ ਕੈਨੇਡਾ ਦੇ ਜਾਲੀ ਵੀਜ਼ੇ ਲਗਾਉਣ ਵਾਲੇ ਗਿਰੋਹ ਦਾ ਸਰਗਣਾ ਕਾਬੂ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਅਮਰੀਕੀ ਵਿਦੇਸ਼ ਵਿਭਾਗ ਨੇ ਭਾਰਤ ਵਰਗੇ ਦੇਸ਼ਾਂ ਤੋਂ ਪ੍ਰਾਪਤ ਵੀਜ਼ਾ ਅਰਜ਼ੀਆਂ ਦੇ ਨਿਪਟਾਰੇ ਵਿੱਚ ਦੇਰੀ ਨੂੰ ਲੈ ਕੇ ਵੱਧਦੀਆਂ ਚਿੰਤਾਵਾਂ ਉੱਤੇ ਕਿਹਾ ਹੈ ਕਿ ਵੀਜ਼ੇ ਨਾਲ ਜੁੜੀਆਂ ਪ੍ਰਕਿਰਿਆਵਾਂ ਜ਼ਿਆਦਾ ਤੇਜ਼ੀ ਨਾਲ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਉਮੀਦ ਹੈ ਕਿ ਵਿੱਤੀ ਸਾਲ 2023 ਵਿੱਚ ਇਹ ਅੰਕੜਾ ਮਹਾਮਾਰੀ ਤੋਂ ਪਹਿਲਾਂ ਦੀ ਸਥਿਤੀ ਵਿੱਚ ਪਹੁੰਚ ਸਕਦਾ ਹੈ। ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਉਹ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਮਰੀਕਾ ਦੀ ਕਾਨੂੰਨੀ ਯਾਤਰਾ ਨੂੰ ਸੁਵਿਧਾਜਨਕ ਬਣਾਉਣਾ ਵਚਨਬੱਧ ਹੈ। ਔਰ ਵਿਭਾਗ ਨੇ ਵੀਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ, ਵਿਦੇਸ਼ ਵਿਭਾਗ ਦੁਨੀਆ ਭਰ ਵਿੱਚ ਵੀਜ਼ਾ ਇੰਟਰਵਿਊ ਦੀ ਉਡੀਕ ਸਮੇਂ ਨੂੰ ਸਫਲਤਾਪੂਰਵਕ ਘਟਾ ਰਿਹਾ। ਅਸੀਂ ਇਸ ਮਹੱਤਵਪੂਰਨ ਕੰਮ ਨੂੰ ਕਰਨ ਦੇ ਲਈ ਅਮਰੀਕੀ ਵਿਦੇਸ਼ ਸੇਵਾ ਕਰਮਚਾਰੀਆਂ ਦੀ ਭਰਤੀ ਨੂੰ ਦੁੱਗਣਾ ਕਰ ਦਿੱਤਾ ਹੈ। ਵੀਜ਼ਾ ਪ੍ਰਕਿਰਿਆ ਨੂੰ ਪੂਰਾ ਕਰਨ ਦਾ ਕੰਮ ਉਮੀਦ ਨਾਲੋਂ ਤੇਜ਼ੀ ਨਾਲ ਪੂਰਾ ਹੋ ਰਿਹਾ ਅਤੇ ਅਸੀਂ ਵਿੱਤੀ ਸਾਲ 2023 ਵਿੱਚ ਅਸੀਂ ਕਰੋਨਾ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੱਕ ਪਹੁੰਚ ਸਕਦੇ ਹਾਂ। ਦੇਰੀ ਦੇ ਕਾਰਨ ਦਾ ਹਵਾਲਾ ਦਿੰਦੇ ਹੋਏ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਅਮਰੀਕੀ ਵੀਜ਼ਾ ਲਈ ਬਹੁਤ ਸਾਰੇ ਬਿਨੇਕਾਰਾਂ ਨੂੰ ਦੇਸ਼ ਦੇ ਕਾਨੂੰਨ ਅਨੁਸਾਰ ਵਿਅਕਤੀਗਤ ਤੌਰ ਤੇ ਪੇਸ਼ ਹੋਣਾ ਜ਼ਰੂਰੀ ਹੈ। ਹਾਲਾਂਕਿ ਸਾਡੇ ਵਿਦੇਸ਼ੀ ਕੌਂਸੂਲੇਟ ਵਰਗੇ ਸਥਾਨਾਂ ਤੇ ਮਹਾਮਾਰੀ ਸੰਬੰਧੀ ਸਥਾਨਕ ਪਾਬੰਦੀਆਂ ਨੇ ਵੀਜ਼ਾ ਅਰਜ਼ੀਆਂ ਤੇ ਕਾਰਵਾਈ ਕਰਨ ਦੀ ਸਾਡੀ ਯੋਗਤਾ ਨੂੰ ਸੀਮਿਤ ਕਰ ਦਿੱਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇਸ ਨਾਲ ਵੀਜ਼ਾ ਅਰਜ਼ੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ। ਹੁਣ ਜਦੋਂ ਕਿ ਜ਼ਿਆਦਾਤਰ ਦੇਸ਼ਾਂ ਨੇ ਪਾਬੰਦੀਆਂ ਹਟਾ ਲਈਆਂ ਨੇ ਤਾਂ ਸਾਡੇ 96% ਦੂਤਘਰ ਅਤੇ ਕੌਂਸੂਲੇਟ ਨਿਯਮਿਤ ਵੀਜ਼ਾ ਸੇਵਾਵਾਂ ਪ੍ਰਦਾਨ ਕਰ ਸਕਦੇ ਨੇ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸਤੰਬਰ ਵਿੱਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਆਪਣੀ ਮੁਲਾਕਾਤ ਵਿੱਚ ਭਾਰਤ ਤੋਂ ਲੰਬਿਤ ਵੀਜ਼ਾ ਅਰਜ਼ੀਆਂ ਦਾ ਮੁੱਦਾ ਉਠਾਇਆ ਸੀ, ਜਿਸ ਤੇ ਅਮਰੀਕਾ ਦੇ ਚੋਟੀ ਦੇ ਡਿਪਲੋਮੈਟਾਂ ਨੇ ਕਿਹਾ ਸੀਗਾ ਕਿ ਇਸ ਮਾਮਲੇ ਨੂੰ ਲੈ ਕੇ ਸੰਵੇਦਨਸ਼ੀਲ ਹੈ ਅਤੇ ਇਸ ਨਾਲ ਨਜਿੱਠਣ ਦੇ ਲਈ ਉਹਨਾਂ ਕੋਲ ਯੋਜਨਾ ਮੌਜੂਦ ਨੇ। ਇਸ ਵਿੱਚ ਕਿਹਾ ਗਿਆ ਹੈ ਕਿ ਅਸੀਂ ਆਪਣੀ ਤਰੱਕੀ ਨੂੰ ਜਾਰੀ ਰੱਖਣ ਅਤੇ ਜਿੰਨੀ ਜਲਦੀ ਹੋ ਸਕੇ ਵੀਜ਼ਾ ਇੰਟਰਵਿਊ ਉਡੀਕ ਸਮੇਂ ਨੂੰ ਘਟਾਉਣ ਲਈ ਵਚਨਬੱਧ ਹਾਂ। ਇੱਕ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਅਸੀਂ ਵਿੱਤੀ ਸਾਲ 2019 ਦੇ ਮੁਕਾਬਲੇ ਵਿੱਤੀ ਸਾਲ 2022 ਵਿੱਚ ਮੌਸਮੀ ਖੇਤੀਬਾੜੀ ਅਤੇ ਗੈਰ ਖੇਤੀ ਕਾਮਿਆਂ ਨੂੰ 40% ਜ਼ਿਆਦਾ H2 ਵੀਜ਼ੇ ਜਾਰੀ ਕੀਤੇ ਨੇ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਔਰ ਅਮਰੀਕਾ 'ਚ ਵੀਜ਼ਾ ਲੈਣ ਦੀ ਲੰਬੀ ਕਤਾਰ 'ਚ ਲੱਗੇ ਭਾਰਤੀਆਂ ਦੇ ਲਈ ਚੰਗੀ ਖਬਰ ਵੀ ਆਈ ਹੈ। ਇਸ ਹਫ਼ਤੇ ਕਿਹਾ ਗਿਆ ਕਿ ਜੂਨ-ਜੁਲਾਈ 2023 ਤੱਕ ਮੌਜੂਦਾ ਹਾਲਾਤਾਂ 'ਚ ਕਾਫੀ ਸੁਧਾਰ ਹੋਣ ਦੀ ਸੰਭਾਵਨਾ ਵੀ ਹੈ। ਅਮਰੀਕੀ ਸਰਕਾਰ ਭਾਰਤ ਸਥਿਤ ਆਪਣੇ ਦੂਤਘਰ ਦੇ ਮੁਲਾਜ਼ਮਾਂ ਤੇ ਵੀਜ਼ਾ ਅਧਿਕਾਰੀਆਂ ਦੀ ਗਿਣਤੀ ਹੌਲੀ-ਹੌਲੀ ਵਧਾ ਰਹੀ ਹੈ ਤੇ ਅਗਲੇ ਕੁਝ ਮਹੀਨਿਆਂ ਦੇ ਵਿੱਚ ਇਹਨਾਂ ਦੀ ਗਿਣਤੀ 'ਚ ਕਾਫੀ ਵਾਧਾ ਹੋਣ ਦੀ ਸੰਭਾਵਨਾ ਹੈ। ਲਿਹਾਜ਼ਾ ਅਗਲੇ ਸਾਲ ਦੇ ਅੰਤ ਤੱਕ ਵੀਜ਼ਾ ਪ੍ਰਕਿਰਿਆ ਵੀ ਕਾਫੀ ਹੱਦ ਤੱਕ ਆਮ ਹੋ ਜਾਏਗੀ, ਜਾਨੀ ਕੇਵਲ ਵੀਜ਼ਾ ਇੰਟਰਵਿਊ ਦੇਣ ਦੇ ਲਈ ਮਹੀਨਿਆਂ ਜਾਂ ਸਾਲਾਂ ਬੱਧੀ ਇੰਤਜ਼ਾਰ ਕਰਨ ਦੀ ਨੌਬਤ ਨਹੀਂ ਆਏਗੀ। ਇਹ ਜਾਣਕਾਰੀ ਅਮਰੀਕੀ ਦੂਤਘਰ ਦੇ ਸੀਨੀਅਰ ਅਧਿਕਾਰੀਆਂ ਨੇ ਵੀਰਵਾਰ ਪੱਤਰਕਾਰਾਂ ਨੂੰ ਦਿੱਤੀ ਹੈ। ਇਸ ਸਾਲ 82,000 ਭਾਰਤੀ ਵਿਦਿਆਰਥੀਆਂ ਨੂੰ ਸਿੱਖਿਆ ਸੰਬੰਧੀ ਵੀਜ਼ੇ ਦੇਣ ਪਿੱਛੋਂ ਅਮਰੀਕੀ ਦੂਤਘਰ ਵੱਲੋਂ 1 ਲੱਖ ਕਾਮਿਆਂ ਨੂੰ ਵੀਜ਼ਾ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਸ ਵਿੱਚ H1 ਵੀਜ਼ਾ ਤੇ ਸੈਲਾਨੀ ਵੀਜ਼ਾ ਵੀ ਸ਼ਾਮਲ ਨੇ। ਨਿਯਮਾਂ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਵੀਜ਼ਾ ਇੰਟਰਵਿਊ ਵਿੱਚ ਘੱਟ ਸਮਾਂ ਲੱਗੇ ਤੇ ਜਲਦੀ ਪ੍ਰਕਿਰਿਆ ਪੂਰੀ ਹੋਏ
ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਰਫ਼ਤਾਰ ਨਾਲ ਜ਼ਿਆਦਾ ਭਾਰਤੀਆਂ ਨੂੰ ਵੀਜ਼ੇ ਦਿੱਤੇ ਜਾ ਰਹੇ ਨੇ, ਉਸ ਦੇ ਮੱਦੇਨਜ਼ਰ ਆਸਾਨੀ ਨਾਲ ਸਾਲ 2023 ਚ ਭਾਰਤੀਆਂ ਨੂੰ ਦਿੱਤੇ ਜਾਣ ਵਾਲੇ ਵੀਜ਼ਿਆਂ ਦੀ ਗਿਣਤੀ ਚੀਨ ਦੇ ਨਾਗਰਿਕਾਂ ਨੂੰ ਮਿਲਣ ਵਾਲੇ ਵੀਜ਼ਿਆਂ ਤੋਂ ਜ਼ਿਆਦਾ ਹੋਏਗੀ। ਉਕਤ ਅਧਿਕਾਰੀਆਂ ਨੇ ਦੱਸਿਆ ਹੈ ਕਿ ਅਮਰੀਕੀ ਵਿਦੇਸ਼ ਮੰਤਰਾਲਾ ਦਾ ਵੀਜ਼ਾ ਦੇਣ ਵਾਲੇ ਵਿਭਾਗ ਨੂੰ ਫੰਡਿੰਗ ਕਰਨ ਦੀ ਨੀਤੀ ਵੱਖ ਹੈ। ਵੀਜ਼ਾ ਦੇਣ ਵਾਲੇ ਵਿਭਾਗ ਦੀ ਫੰਡਿੰਗ ਉਸ ਦੀ ਵੀਜ਼ਾ ਪ੍ਰਕਿਰਿਆ ਤੋਂ ਮਿਲਣ ਵਾਲੀ ਰਾਸ਼ੀ ਨਾਲ ਹੀ ਕੀਤੀ ਜਾਂਦੀ ਹੈ। ਸਾਲ 2020 ਵਿੱਚ ਜਦੋਂ ਕੋਵਿਡ ਮਹਾਮਾਰੀ ਕਾਰਨ ਵੀਜ਼ੇ ਦੇਣ ਦੀ ਗਿਣਤੀ ਇੱਕਦਮ ਘੱਟ ਹੋ ਗਈ ਤਾਂ ਵੀਜ਼ਾ ਜਾਰੀ ਕਰਨ ਵਾਲੇ ਵਿਭਾਗ ਦੇ ਮੁਲਾਜ਼ਮਾਂ ਦੀ ਗਿਣਤੀ ਵੀ ਘਟਾਉਣੀ ਪਈ। ਪਰ ਹੁਣ ਵੀਜ਼ੇ ਦੀ ਮੰਗ ਮੁੜ ਕਾਫੀ ਵੱਧ ਗਈ ਹੈ ਤਾਂ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਇਹਨਾਂ ਦੀ ਨਿਯੁਕਤੀ, ਸਿਖਲਾਈ ਜਾਂ ਹੋਰ ਚੀਜ਼ਾਂ ਕੁਝ ਸਮਾਂ ਨੂੰ ਲੱਗ ਰਿਹਾ ਹੈ ਔਰ ਅਮਰੀਕੀ ਅਧਿਕਾਰੀਆਂ ਦਾ ਅਨੁਮਾਨ ਹੈ ਕਿ ਹੁਣ ਉਹ ਭਾਰਤ ਵਿੱਚ ਹਰ ਮਹੀਨੇ 1 ਲੱਖ ਵੀਜ਼ਾ ਦੇਣ ਦੀ ਵਿਵਸਥਾ ਕਰ ਰਹੇ ਨੇ। ਇਸ ਕਾਰਨ ਭਾਰਤ ਵਿੱਚ 12 ਲੱਖ ਅਮਰੀਕੀ ਵੀਜ਼ੇ ਜਾਰੀ ਹੋਣ ਦੀ ਸੰਭਾਵਨਾ ਵੀ ਹੈ। ਅਮਰੀਕਾ 'ਚ ਪੜ੍ਹਾਈ ਦੇ ਮਾਮਲੇ 'ਚ ਪਿਛਲੇ ਇੱਕ ਦਹਾਕੇ 'ਚ ਭਾਰਤੀ ਵਿਦਿਆਰਥੀਆਂ ਨੇ ਵੱਡੀ ਛਾਲ ਮਾਰੀ ਹੈ। ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਦੁੱਗਣੀ ਤੋਂ ਵੱਧ ਹੋ ਗਈ ਹੈ। ਓਪਨ ਡੋਰਸ ਰਿਪੋਰਟ 2022 ਦੇ ਅਨੁਸਾਰ ਅਮਰੀਕਾ 'ਚ ਕੁੱਲ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 'ਚ ਭਾਰਤੀਆਂ ਦੀ ਪ੍ਰਤੀਸ਼ਤਤਾ 11.8 ਤੋਂ ਵੱਧ ਕੇ 21% ਹੋ ਗਈ ਹੈ, ਜਿਸ ਨਾਲ ਭਾਰਤ ਵਿਦਿਆਰਥੀ ਅਮਰੀਕਾ ਜਾ ਰਹੇ ਨੇ ਔਰ ਆਉਣ ਵਾਲੇ ਸਾਲਾਂ ਵਿੱਚ ਉਹਨਾਂ ਦੇ ਚੀਨੀ ਵਿਦਿਆਰਥੀਆਂ ਨੂੰ ਪਛਾੜਨ ਦੀ ਉਮੀਦ ਵੀ ਕੀਤੀ ਜਾ ਰਹੀ ਹੈ। ਜੂਨ ਤੋਂ ਅਗਸਤ ਦੇ ਦਰਮਿਆਨ 82,000 ਵੀਜ਼ੇ ਜਾਰੀ ਕੀਤੇ ਗਏ ਨੇ, ਜੋ ਕਿ ਸਾਰੇ ਦੇਸ਼ਾਂ ਵਿੱਚੋਂ ਸਭ ਤੋਂ ਵੱਧ ਨੇ। ਕੋਰੋਨਾ ਦੌਰ ਤੋਂ ਬਾਅਦ ਅਮਰੀਕਾ ਵਿੱਚ ਸਾਲ 2021-22 ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ 80% ਦਾ ਵਾਧਾ ਹੋਇਆ। ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਹੁਣ 2.68 ਲੱਖ ਤੱਕ ਪਹੁੰਚ ਗਈ ਹੈ ਔਰ ਭਾਰਤੀ ਵਿਦਿਆਰਥੀਆਂ ਦੇ ਵਾਧੇ ਦੀ ਦਰ ਵਿੱਚ ਕਰੀਬ 19% ਰਹੀ ਹੈ। ਅਮਰੀਕਾ 'ਚ ਹੁਣ 1.99 ਲੱਖ ਭਾਰਤੀ ਵਿਦਿਆਰਥੀ ਨੇ। ਚੀਨ ਤੋਂ ਬਾਅਦ ਹੁਣ ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਵੱਧ ਹੋ ਗਈ ਹੈ। ਜਿੱਥੇ ਭਾਰਤ ਦੇ ਵਿਦਿਆਰਥੀਆਂ ਦੀ ਗਿਣਤੀ ਵੱਧ ਰਹੀ ਹੈ, ਉੱਥੇ ਚੀਨ ਦੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਅਮਰੀਕਾ ਵਿੱਚ ਉੱਚ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 9,14,000 ਤੋਂ ਵੱਧ ਕੇ 9,48,000 ਹੋ ਗਈ ਹੈ। ਅਮਰੀਕੀ ਦੂਤਘਰ ਦੇ ਮੁਤਾਬਕ ਵਿਦਿਆਰਥੀਆਂ ਦੀ ਗਿਣਤੀ 'ਚ ਵਾਧਾ ਕੇਵਲ ਭਾਰਤ ਤੋਂ ਨਹੀਂ ਹੋ ਰਿਹਾ। ਉਹਨਾਂ ਨੇ ਕਿਹਾ ਕਿ ਅੰਕੜੇ ਦਰਸਾਉਂਦੇ ਨੇ ਕਿ ਅਮਰੀਕਾ ਉੱਚ ਸਿੱਖਿਆ ਲਈ ਚੋਟੀ ਦਾ ਸਥਾਨ ਬਣਿਆ ਹੈ। ਇਸ ਦੇ ਨਾਲ ਹੀ ਇਹ ਵੀ ਦਰਸਾਉਂਦਾ ਹੈ ਕਿ ਅਮਰੀਕਾ ਵਿਦਿਆਰਥੀਆਂ ਨੂੰ ਭਵਿੱਖ ਦੇ ਮੌਕੇ ਪ੍ਰਦਾਨ ਕਰਨਾ ਜਾਰੀ ਰੱਖਦਾ ਹੈ। 2021-22 ਦੇ ਵਿਚਕਾਰ ਅਮਰੀਕਾ 'ਚ ਪੜ੍ਹ ਰਹੇ ਕੁੱਲ ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ ਚਾਈਨਾ ਅਤੇ ਭਾਰਤ ਦੇ ਵਿਦਿਆਰਥੀ 52% ਨੇ। ਸਾਲ 2020-21 ਵਿੱਚ ਜਿੱਥੇ 1,67,582 ਭਾਰਤੀ ਅਮਰੀਕਾ 'ਚ ਪੜ੍ਹ ਰਹੇ ਨੇ, ਉੱਥੇ ਸਾਲ 2021 'ਚ 1,99,182 ਵਿਦਿਆਰਥੀ ਸਿੱਖਿਆ ਲਈ ਪਹੁੰਚੇ ਨੇ। ਇਹਨਾਂ ਅੰਕੜਿਆਂ ਤੋਂ ਇਹ ਵੀ ਸਪਸ਼ਟ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਭਾਰਤ ਦੇ ਵਿਦਿਆਰਥੀਆਂ ਦੀ ਗਿਰਾਵਟ ਖਤਮ ਹੋ ਗਈ ਹੈ। ਅਮਰੀਕਾ ਵਿਖੇ ਇੱਕ ਸੰਘੀ ਜੱਜ ਨੇ ਬਾਈਡਨ ਪ੍ਰਸ਼ਾਸਨ ਨੂੰ ਟਰੰਪ ਯੁੱਗ ਦੀਆਂ ਸ਼ਰਨ ਪਾਬੰਦੀਆਂ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ, ਜੋ ਕੋਵਿਡ-19 ਦੀ ਸ਼ੁਰੂਆਤ ਤੋਂ ਹੀ ਸਰਹੱਦੀ ਲਾਗੂ ਕਰਨ ਦਾ ਆਧਾਰ ਰਹੀਆਂ ਨੇ। ਅਮਰੀਕੀ ਜ਼ਿਲ੍ਹਾ ਜੱਜ ਐਮੇਟ ਸੁਲੀਵਨ ਨੇ ਵਾਸ਼ਿੰਗਟਨ 'ਚ ਪਾਬੰਦੀ ਨੂੰ ਮਨਮਾਨੀ ਕਹਿੰਦੇ ਹੋਏ ਫੈਸਲਾ ਸੁਣਾਇਆ ਹੈ ਕਿ ਪਰਿਵਾਰਾਂ ਅਤੇ ਇਕੱਲੇ ਬਾਲਗਾਂ ਲਈ ਇਹਨਾਂ ਨੂੰ ਲਾਗੂ ਕਰਨਾ ਤੁਰੰਤ ਖਤਮ ਹੋਣਾ ਚਾਹੀਦਾ ਹੈ। ਪ੍ਰਸ਼ਾਸਨ ਨੇ ਇਕੱਲੇ ਯਾਤਰਾ ਕਰਨ ਵਾਲੇ ਬੱਚਿਆਂ ਤੇ ਇਸ ਨੂੰ ਲਾਗੂ ਨਹੀਂ ਕੀਤਾ। ਕੁਝ ਘੰਟਿਆਂ ਦੇ ਅੰਦਰ ਨਿਆਂ ਵਿਭਾਗ ਨੇ ਜੱਜ ਦੇ ਹੁਕਮ ਨੂੰ 21 ਦਸੰਬਰ ਨੂੰ ਲਾਗੂ ਕਰਨ ਲਈ ਕਿਹਾ ਅਤੇ ਇਸ ਨੂੰ ਤਿਆਰ ਕਰਨ ਲਈ 5 ਹਫ਼ਤਿਆਂ ਦਾ ਸਮਾਂ ਦਿੱਤਾ ਗਿਆ। ਅਮਰੀਕਨ ਸਿਵਲ ਲੈਬੋਰੇਟਰੀਜ਼ ਯੂਨੀਅਨ ਸਮੇਤ ਮੁੱਦਈਆਂ ਨੇ ਦੇਰੀ ਦਾ ਵਿਰੋਧ ਨਹੀਂ ਕੀਤਾ। ਸਰਕਾਰੀ ਵਕੀਲਾਂ ਨੇ ਲਿਖਿਆ ਹੈ ਕਿ ਪਰਿਵਰਤਨ ਦੀ ਮਿਆਦ ਇਹ ਯਕੀਨੀ ਬਣਾਉਣ ਦੇ ਲਈ ਜ਼ਰੂਰੀ ਹੈ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਗੱਲ ਹੈ ਰਾਸ਼ਟਰ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਅਤੇ ਇਸ ਦੇ ਸਰਹੱਦੀ ਕਾਰਜਾਂ ਨੂੰ ਇੱਕ ਵਿਵਸਥਿਤ ਢੰਗ ਨਾਲ ਚਲਾਉਣ ਲਈ ਆਪਣੇ ਮਿਸ਼ਨ ਨੂੰ ਜਾਰੀ ਰੱਖ ਸਕਦਾ ਹੈ। ਸੁਲੀਵਨ, ਜਿਸ ਨੂੰ ਰਾਸ਼ਟਰਪਤੀ ਬਿਲ ਕਲਿੰਟਨ ਦੁਆਰਾ ਨਿਯੁਕਤ ਕੀਤਾ ਗਿਆ ਸੀ, ਨੇ 49 ਪੰਨਿਆਂ ਦੇ ਫੈਸਲੇ ਵਿੱਚ ਲਿਖਿਆ ਕਿ ਅਧਿਕਾਰੀ ਪ੍ਰਵਾਸੀਆਂ ਤੇ ਪ੍ਰਭਾਵ ਅਤੇ ਸੰਭਾਵਿਤ ਵਿਕਲਪਾਂ ਤੇ ਵਿਚਾਰ ਕਰਨ ਵਿੱਚ ਅਸਫਲ ਰਹੇ ਔਰ ਨਾਲ ਦੇ ਨਾਲ ਉਹ ਕਹਿੰਦੇ ਨੇ ਕਿ ਮਾਰਚ 2020 ਵਿੱਚ ਨਿਯਮ ਲਾਗੂ ਹੋਣ ਤੋਂ ਬਾਅਦ ਪ੍ਰਵਾਸੀਆਂ ਨੂੰ 2.4 ਮਿਲੀਅਨ ਤੋਂ ਵੱਧ ਵਾਰ ਸੰਯੁਕਤ ਰਾਸ਼ਟਰ ਤੋਂ ਬਾਹਰ ਕੱਢਿਆ ਗਿਆ, ਜਿਸ ਵਿੱਚ ਪ੍ਰਵਾਸੀਆਂ ਨੂੰ ਕੋਵਿਡ-19 ਦੇ ਫੈਲਣ ਨੂੰ ਰੋਕਣ ਦੇ ਆਧਾਰ ਤੇ ਯੂਐਸ ਅਤੇ ਇੰਟਰਨੈਸ਼ਨਲ ਕਾਨੂੰਨ ਦੇ ਤਹਿਤ ਸ਼ਰਨ ਲੈਣ ਦੇ ਅਧਿਕਾਰਾਂ ਤੋਂ ਇਨਕਾਰ ਕੀਤਾ ਗਿਆ। ਇਸ ਅਭਿਆਸ ਨੂੰ ਜਨਤਕ ਸਿਹਤ ਨੂੰ ਕਵਰ ਕਰਨ ਵਾਲੇ ਇੱਕ ਵਿਆਪਕ 1944 ਕਾਨੂੰਨ ਦੇ ਟਾਈਟਲ 42 ਦੇ ਤਹਿਤ ਅਧਿਕਾਰਤ ਕੀਤਾ ਗਿਆ ਸੀ। ਅਮਰੀਕਾ ਵਿੱਚ ਨਜਾਇਜ਼ ਤਰੀਕੇ ਨਾਲ ਦਾਖਲ 63,000 ਤੋਂ ਵੱਧ ਪ੍ਰਵਾਸੀ ਵੱਡੀ ਮੁਸ਼ਕਲ 'ਚ ਘਿਰ ਗਏ ਨੇ, ਜਦੋਂ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਅਧਿਕਾਰੀਆਂ ਵੱਲੋਂ ਸਮੇਂ ਸਿਰ ਜ਼ਰੂਰੀ ਦਸਤਾਵੇਜ਼ ਦਾਖਲ ਨਾ ਕਰਨ ਤੇ ਇਮੀਗ੍ਰੇਸ਼ਨ ਜੱਜਾਂ ਨੇ ਮਾਮਲੇ ਰੱਦ ਕਰ ਦਿੱਤੇ। ਇਮੀਗ੍ਰੇਸ਼ਨ ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰਵਾਸੀਆਂ ਨੂੰ ਰਿਹਾ ਕੀਤਾ ਜਾ ਚੁੱਕਿਆ ਹੈ ਤੇ ਹੁਣ ਮੁਕੱਦਮਾ ਰੱਦ ਹੋਣ ਮਗਰੋਂ ਨਵੇਂ ਸਿਰ ਤੋਂ ਕਾਰਵਾਈ ਬੇਹੱਦ ਮੁਸ਼ਕਿਲ ਹੋਏਗੀ।
ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਹੁਣ ਗੱਲ ਕਰਦੇ ਹਾਂ ਕੈਨੇਡਾ ਦੀ। ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਫਰੇਜ਼ਰ ਨੇ ਬੁੱਧਵਾਰ ਨੂੰ ਐਕਸਪ੍ਰੈਸ ਐਂਟਰੀ ਪ੍ਰਣਾਲੀ ਦੇ ਤਹਿਤ ਪ੍ਰਬੰਧਿਤ ਇਮੀਗ੍ਰੇਸ਼ਨ ਪ੍ਰੋਗਰਾਮਸ ਦੇ ਲਈ ਨੈਸ਼ਨਲ ਆਕੂਪੇਸ਼ਨਲ ਵਰਗੀਕਰਨ ਯਾਨੀ ਕਿ NOC 2021 ਨੂੰ ਲਾਗੂ ਕਰਨ ਦਾ ਐਲਾਨ ਕੀਤਾ ਹੈ। ਨਵੀਆਂ NOCs ਸ਼੍ਰੇਣੀਆਂ ਦੀ ਵਰਤੋਂ ਕਰਨ ਦੇ ਨਾਲ ਕੈਨੇਡਾ ਨੂੰ ਸਿਹਤ ਸੰਭਾਲ, ਉਸਾਰੀ ਅਤੇ ਆਵਾਜਾਈ ਵਰਗੇ ਉੱਚ ਮੰਗ ਵਾਲੇ ਖੇਤਰਾਂ 'ਚ ਵਿਸ਼ਵ ਵਿਆਪੀ ਪ੍ਰਤਿਭਾ ਲਿਆਉਣ ਦੀ ਆਗਿਆ ਮਿਲੇਗੀ। ਨਵੀਆਂ NOC ਸ਼੍ਰੇਣੀਆਂ ਵਿੱਚ ਸ਼ਾਮਲ ਕੀਤੇ ਗਏ ਕਿੱਤਿਆਂ 'ਚ ਨਰਸ, ਸਹਾਇਕ, ਲੰਬੇ ਸਮੇਂ ਦੀ ਦੇਖਭਾਲ ਲਈ ਸਹਾਇਕ, ਹਸਪਤਾਲ ਦੇ ਸੇਵਾਦਾਰ, ਐਲੀਮੈਂਟਰੀ ਅਤੇ ਸੈਕੰਡਰੀ ਸਕੂਲ ਅਧਿਆਪਕ, ਸਹਾਇਕ ਅਤੇ ਟਰਾਂਸਪੋਰਟ ਟਰੱਕ ਡਰਾਈਵਰ ਪ੍ਰਮੁੱਖ ਨੇ ਅਤੇ ਹੁਣ ਇਹਨਾਂ ਕਿੱਤਿਆਂ ਲਈ ਐਕਸਪ੍ਰੈਸ ਐਂਟਰੀ ਰਾਹੀਂ ਅਰਜ਼ੀਆਂ ਦਿੱਤੀਆਂ ਜਾ ਸਕਣਗੀਆਂ। ਔਰ ਨਾਲ ਦੇ ਨਾਲ ਐਡਮਿਨਿਸਟ੍ਰੇਟਰਸ, ਡੈਂਟਲ ਅਸਿਸਟੈਂਟ ਅਤੇ ਡੈਂਟਲ ਲੈਬੋਰੇਟਰੀ ਅਸਿਸਟੈਂਟ, ਨਰਸ ਸਹਾਇਕ, ਆਰਡਰਲੀ, ਮਰੀਜ਼ ਸੇਵਾ ਸਹਿਯੋਗੀ, ਫਾਰਮੇਸੀ ਤਕਨੀਕੀ ਸਹਾਇਕ ਅਤੇ ਫਾਰਮੇਸੀ ਸਹਾਇਕ, ਐਲੀਮੈਂਟਰੀ ਅਤੇ ਸੈਕੰਡਰੀ ਸਕੂਲ ਸਹਾਇਕ ਅਧਿਆਪਕ, ਸ਼ੈਰਿਫ ਅਤੇ ਬੇਲਿਫ, ਜੇਲ੍ਹ ਸਰਵਿਸ ਅਧਿਕਾਰੀ, ਉਪ ਕਾਨੂੰਨ ਲਾਗੂ ਕਰਨ ਵਾਲੇ ਅਤੇ ਹੋਰ ਰੈਗੂਲੇਟਰੀ ਅਧਿਕਾਰੀ, ਸੁਹੱਪਣ ਵਿਗਿਆਨੀ, ਇਲੈਕਟ੍ਰੋਲੋਜਿਸਟ ਅਤੇ ਸੰਬੰਧਿਤ ਕਿੱਤੇ ਆਦਿ ਸ਼ਾਮਲ ਨੇ। ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਦੀ ਇਮੀਗ੍ਰੇਸ਼ਨ ਮੱਧਮ ਚਾਲ ਤੇ ਲੋਕਾਂ ਦੇ ਰਿਸ਼ਤੇਦਾਰਾਂ ਤੇ ਹੋਰਨਾਂ ਵੀਜ਼ਿਆਂ 'ਚ ਆਈ ਖੜੌਤ ਨੂੰ ਲੈ ਕੇ ਕਈ ਮੈਂਬਰ ਪਾਰਲੀਮੈਂਟ ਨੇ ਇਮੀਗ੍ਰੇਸ਼ਨ ਮੰਤਰੀ ਨੂੰ ਘੇਰਿਆ ਸੀ ਤੇ ਬੀਤੇ ਦਿਨ ਇਮੀਗ੍ਰੇਸ਼ਨ ਮੰਤਰੀ ਵੱਲੋਂ ਵੱਡਾ ਐਲਾਨ ਕਰਕੇ ਕਹਿ ਦਿੱਤਾ ਗਿਆ ਹੈ ਕਿ ਇਮੀਗ੍ਰੇਸ਼ਨ ਦਾ ਬੈਕਲੌਗ ਹੁਣ ਖਤਮ ਹੋ ਰਿਹਾ। ਉਹਨਾਂ ਨੇ ਦੱਸਿਆ ਕਿ ਇਮੀਗ੍ਰੇਸ਼ਨ ਨੇ ਆਪਣੇ ਸਟਾਫ ਵਿੱਚ ਵਾਧਾ ਕੀਤਾ, ਜਿਸ ਨਾਲ ਹੁਣ ਲਾਈਨ ਵਿੱਚ ਲੱਗੇ ਹੋਏ ਜਿਨ੍ਹਾਂ ਵਿੱਚ ਸੁਪਰ ਵੀਜ਼ੇ, ਬੱਚਿਆਂ ਵੱਲੋਂ ਬੁਲਾਏ ਜਾਣ ਵਾਲੇ ਮਾਪੇ, ਸਪਾਊਸ ਵੀਜ਼ਾ, ਵਿਜ਼ਿਟਰ ਵੀਜ਼ਿਆਂ ਦੀਆਂ ਫਾਈਲਾਂ ਦਾ ਨਿਪਟਾਰਾ ਬੜੀ ਜਲਦੀ ਹੋਏਗਾ ਤੇ ਦਸੰਬਰ ਦੇ ਅਖੀਰ ਤੱਕ ਕੈਨੇਡਾ ਆਉਣ ਵਾਲੇ ਲੋਕਾਂ ਨੂੰ ਭਾਰੀ ਰਾਹਤ ਮਿਲੇਗੀ ਤੇ ਹੁਣ ਉਹਨਾਂ ਨੂੰ ਇੰਤਜ਼ਾਰ ਨਹੀਂ ਕਰਨਾ ਪਏਗਾ। ਕੈਨੇਡਾ ਇਮੀਗ੍ਰੇਸ਼ਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਸਰਕਾਰ 5 ਵੱਡੇ ਐਲਾਨ ਕਰਨ ਜਾ ਰਹੀ ਹੈ, ਜਿਸ ਨਾਲ ਸਥਾਈ ਲੋਕਾਂ ਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਭਾਰੀ ਲਾਭ ਹੋਏਗਾ ਤੇ ਕੈਨੇਡਾ ਦੀ ਆਰਥਿਕਤਾ ਮਜ਼ਬੂਤ ਹੋਏਗੀ। ਉਹਨਾਂ ਨੇ ਕਿਹਾ ਕਿ ਅਗਲੇ ਸਾਲ ਉਹ 14 ਲੱਖ ਲੋਕਾਂ ਨੂੰ ਕੈਨੇਡਾ ਦੀ PR ਦੇਣ ਜਾ ਰਹੇ ਨੇ, ਜਿਨ੍ਹਾਂ ਵਿੱਚ ਸਕਿੱਲ ਨਾਲ ਜੁੜੇ ਲੋਕਾਂ ਨੂੰ ਪਹਿਲ ਦਿੱਤੀ ਜਾਏਗੀ। ਉਧਰ ਇਮੀਗ੍ਰੇਸ਼ਨ ਮੰਤਰੀ ਫਰੇਜ਼ਰ ਨੇ ਇਸ ਐਲਾਨ ਦੇ ਹੁੰਦੇ ਹੀ ਕੈਨੇਡਾ ਵਿੱਚ ਲੰਬੇ ਸਮੇਂ ਤੋਂ ਵੱਖ-ਵੱਖ ਵਰਕ ਪਰਮਿਟ ਤੇ ਕੰਮ ਕਰਦੇ ਕੱਚੇ ਕਾਮਿਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬਹੁਤ ਸਾਰੇ ਕਾਮੇ ਜਿਹੜੇ 10 ਸਾਲਾਂ ਤੋਂ ਵਰਕ ਪਰਮਿਟ ਤੇ ਕੰਮ ਕਰਕੇ ਭਾਰੀ ਟੈਕਸ ਜਮ੍ਹਾਂ ਕਰ ਚੁੱਕੇ ਨੇ ਤੇ ਅੰਗਰੇਜ਼ੀ ਭਾਸ਼ਾ ਵਿੱਚ ਮਜ਼ਬੂਤ ਨਾ ਹੋਣ ਕਾਰਨ ਉਹ PR ਨਹੀਂ ਹੋ ਸਕੇ, ਉਹਨਾਂ ਨੂੰ PR ਪਾਉਣ ਦੇ ਮੌਕੇ ਦਿੱਤੇ ਜਾਣ ਤੇ ਉਹਨਾਂ ਵਿੱਚ ਬਹੁਤ ਜ਼ਿਆਦਾ ਸਕਿੱਲ ਸਿਸਟਮ ਨਾਲ ਜੁੜੇ ਨੇ। ਇਸ ਮੁੱਦੇ ਨੂੰ ਲੈ ਕੇ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਪ੍ਰਧਾਨ ਮੰਤਰੀ ਕੋਲੋਂ ਸਮਾਂ ਵੀ ਲੈ ਚੁੱਕੇ ਨੇ। ਜੇਕਰ ਸਰਕਾਰ ਇਹਨਾਂ ਲੋਕਾਂ ਦੀ ਅਪੀਲ ਸੁਣ ਲੈਂਦੀ ਹੈ ਤਾਂ ਲਗਭਗ 10 ਲੱਖ ਕਾਮੇ ਇੱਕ ਨੰਬਰ ਦੇ ਕੈਨੇਡੀਅਨ ਬਣ ਸਕਦੇ ਨੇ। ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਵਾਸਤੇ ਦੇਸ਼ ਦੀ ਸਰਕਾਰ ਵੱਲੋਂ ਐਕਸਪ੍ਰੈਸ ਐਂਟਰੀ ਸਿਸਟਮ ਨੂੰ ਸੋਧਿਆ ਗਿਆ, 6 ਵਰਗਾਂ ਵਿੱਚ ਵੰਡ ਕੇ ਲਾਗੂ ਕਰ ਦਿੱਤਾ ਗਿਆ। ਨਵੇਂ ਸਿਸਟਮ ਵਿੱਚ 2021 ਦੀ ਨੈਸ਼ਨਲ ਆਕੂਪੇਸ਼ਨਲ ਕਲਾਸੀਫਿਕੇਸ਼ਨ 'ਚ 16 ਹੋਰ ਕਿੱਤੇ ਸ਼ਾਮਲ ਕੀਤੇ ਗਏ ਨੇ, ਜਿਸ ਤਹਿਤ ਆਮ ਕਾਮਿਆਂ ਜਿਵੇਂ ਕਿ ਡਰਾਈਵਰਾਂ, ਨਰਸਾਂ, ਰਿਪੇਅਰ ਤੇ ਉਸਾਰੀ ਕਾਰੀਗਰ ਵਗੈਰਾ ਆਦਿ ਨੂੰ ਵੀ ਪੱਕੇ ਹੋਣ ਲਈ ਅਪਲਾਈ ਕਰਨ ਦਾ ਮੌਕਾ ਮਿਲ ਸਕਦਾ ਹੈ। ਇਸ ਦੇ ਨਾਲ ਹੀ NOC ਵਿੱਚ ਸ਼ਾਮਲ ਕਿੱਤਿਆਂ ਦੇ ਆਧਾਰ ਤੇ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਵਾਸਤੇ 100 ਤੋਂ ਵੱਧ ਪ੍ਰੋਗਰਾਮ ਨੇ, ਜਿਨ੍ਹਾਂ ਦੀ ਘੋਖ ਕਰਨ ਵਾਲੇ ਲੋਕ ਵਰਕ ਪਰਮਿਟ ਖਰੀਦਣ ਦੀ ਦੌੜ ਤੋਂ ਆਪਣਾ ਬਚਾਅ ਕਰ ਸਕਦੇ ਨੇ। ਨਵੇਂ ਸਿਸਟਮ ਦੇ ਵਿੱਚ ਪੜ੍ਹਾਈ, ਕਿੱਤੇ ਦੀ ਟ੍ਰੇਨਿੰਗ, ਕੰਮ ਦੇ ਤਜਰਬੇ, ਭਾਸ਼ਾ ਦੇ ਗਿਆਨ ਆਦਿ ਦੇ ਆਧਾਰ ਤੇ ਸਕਿੱਲ ਲੈਵਲ ਤੋਂ A ਤੋਂ D ਅਤੇ 0 ਸਕਿੱਲ ਟਾਈਪ ਅਪਲਾਈ ਕਰਨਾ ਸੰਭਵ ਕੀਤਾ ਗਿਆ ਅਤੇ NOC ਨੂੰ A, B ਤੇ ਨਾਲ ਦੇ ਨਾਲ O0 ਤੋਂ ਬਦਲ ਕੇ 6 ਵੱਖ ਵਰਗ ਬਣਾ ਦਿੱਤੇ ਗਏ ਨੇ। ਇਹ ਵੀ ਕਿ ਇਮੀਗ੍ਰੇਸ਼ਨ ਵਾਸਤੇ ਜੌਬ ਆਫਰ ਦੀ ਲੁੱਟ ਤੋਂ ਬਚਾਓ ਲਈ ਨਵੇਂ ਸਿਸਟਮ ਦੀ ਕੈਨੇਡਾ 'ਚ ਜੌਬ ਆਫਰ ਉੱਪਰ ਨਿਰਭਰਤਾ ਘਟਾਈ ਗਈ ਹੈ, ਪਰ ਕੈਨੇਡਾ 'ਚ ਕੰਮ ਕਰਕੇ ਗ੍ਰਹਿਣ ਕੀਤੇ ਗਏ ਤਜਰਬੇ ਨੂੰ ਕੁਝ ਅਹਿਮੀਅਤ ਦਿੱਤੀ ਗਈ ਹੈ। ਨਵਾਂ ਸਿਸਟਮ 16 ਨਵੰਬਰ 2022 ਤੋਂ ਲਾਗੂ ਹੈ ਅਤੇ ਐਕਸਪ੍ਰੈਸ ਐਂਟਰੀ ਵਿੱਚ ਨਵੇਂ ਪ੍ਰੋਫਾਈਲ ਇਸ ਸਿਸਟਮ ਦੇ ਅਨੁਸਾਰ ਦਾਖਲ ਕੀਤੇ ਜਾ ਸਕਦੇ ਨੇ। ਜਿਨ੍ਹਾਂ ਲੋਕਾਂ ਨੇ ਆਪਣੇ ਪ੍ਰੋਫਾਈਲ ਪਹਿਲਾਂ ਦਾਖਲ ਕੀਤੇ ਹੋਏ ਨੇ ਪਰ ਜੇ ਇਮੀਗ੍ਰੇਸ਼ਨ ਅਪਲਾਈ ਕਰਨ ਦੇ ਲਈ ਇਮੀਗ੍ਰੇਸ਼ਨ ਵਿਭਾਗ ਦੀ ਚਿੱਠੀ ਨਹੀਂ ਮਿਲੀ ਹੈ, ਉਹਨਾਂ ਨੂੰ ਹੁਣ NOC 2021 ਦੇ ਆਧਾਰ ਤੇ ਆਪਣੇ ਪ੍ਰੋਫਾਈਲ ਅਪਡੇਟ ਕਰਨੇ ਪੈਣੇ ਨੇ। ਮਾਪਿਆਂ ਦੀ ਵੱਧਦੀ ਆਮਦਨ ਤੇ ਆਸਾਨ ਕਰਜ਼ੇ ਦੀ ਉਪਲਬਧਤਾ ਕਾਰਨ ਭਾਰਤ ਤੋਂ UK ਅਤੇ ਆਸਟ੍ਰੇਲੀਆ ਜਾਣ ਵਾਲੇ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਇਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਇਹਨਾਂ ਦੇਸ਼ਾਂ ਦੀ ਪੋਸਟ ਸਟੱਡੀ ਵਰਕ ਵੀਜ਼ਾ ਨੀਤੀਆਂ ਵਿਦਿਆਰਥੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀਆਂ ਨੇ। ਇਸ ਤੋਂ ਇਲਾਵਾ ਦੇਸ਼ ਦੇ ਛੋਟੇ ਸ਼ਹਿਰਾਂ ਤੇ ਕਸਬਿਆਂ 'ਚ ਵਿਦੇਸ਼ੀ ਸਿੱਖਿਆ ਬਾਰੇ ਜਾਗਰੂਕਤਾ ਵੱਧ ਰਹੀ ਹੈ ਅਤੇ ਵੱਧ ਤੋਂ ਵੱਧ ਭਾਰਤੀ ਨੌਜਵਾਨ ਵਿਦੇਸ਼ਾਂ 'ਚ ਪੜ੍ਹਾਈ ਕਰਨ ਬਾਰੇ ਵਿਚਾਰ ਕਰ ਰਹੇ ਨੇ। ਪਿਛਲੇ ਕੁਝ ਸਾਲਾਂ 'ਚ ਜ਼ਿਆਦਾਤਰ ਭਾਰਤੀ ਵਿਦਿਆਰਥੀ ਪੋਸਟ ਗ੍ਰੈਜੂਏਟ ਪੱਧਰ ਦੇ ਕੋਰਸਾਂ ਨੂੰ ਅੱਗੇ ਵਧਾਉਣ ਦੇ ਲਈ ਵਿਦੇਸ਼ ਗਏ। ਸਿੱਖਿਆ ਸਲਾਹਕਾਰਾਂ ਤੇ ਵਿਦੇਸ਼ੀ ਸਿੱਖਿਆ ਸੰਸਥਾਵਾਂ ਦੇ ਉੱਚ ਅਧਿਕਾਰੀਆਂ ਨੇ ਕਿਹਾ ਕਿ ਗ੍ਰੈਜੂਏਟ ਵਿਦਿਆਰਥੀ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਹੈ।
ਅਮਰੀਕਾ ਲਈ ਗ੍ਰੈਜੂਏਸ਼ਨ ਤੋਂ ਬਾਅਦ ਬਹੁਤ ਸਾਰੇ ਵਿਦਿਆਰਥੀ STEM ਔਰ ਨਾਲ ਦੇ ਨਾਲ ਜਾਂ ਵਪਾਰਕ ਅਧਿਐਨਾਂ ਦੀ ਚੋਣ ਕਰਦੇ ਨੇ। ਕਾਲਜ ਜਿਫ ਦੇ ਸਹਿ ਸੰਸਥਾਪਨ ਰੋਹਨ ਗਿਨੇਰੀਵਾਲਾ ਨੇ ਕਿਹਾ ਕਿ ਭਾਰਤ ਵਿੱਚ ਮੁਕਾਬਲੇਬਾਜ਼ੀ ਬਹੁਤ ਜ਼ਿਆਦਾ ਇੱਕ ਪ੍ਰਮੁੱਖ ਕਾਰਕ ਹੈ। ਇਸ ਦੇ ਨਾਲ ਹੀ ਲੋਕਾਂ ਦੀ ਸਮਰੱਥਾ ਵੀ ਵਧੀ ਹੈ ਤੇ ਵਿਦੇਸ਼ਾਂ 'ਚ ਨਿਵੇਸ਼ ਤੇ ਰਿਟਰਨ ਵੀ ਬਿਹਤਰ ਦੇਖਿਆ ਜਾ ਰਿਹਾ। UK 'ਚ ਲਾਵਫੋਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਪ੍ਰੈਜ਼ੀਡੈਂਟ ਨਿਕ ਜ਼ੈਨਗਿੰਸ ਨੇ ਆਪਣੀ ਹਾਲੀਆ ਭਾਰਤ ਫੇਰੀ ਦੌਰਾਨ ਮੀਡੀਆ ਨੂੰ ਦੱਸਿਆ ਕਿ ਹਾਲ ਹੀ ਦੇ ਸਮੇਂ 'ਚ ਭਾਰਤੀ ਵਿਦਿਆਰਥੀਆਂ 'ਚ ਅੰਡਰ ਗ੍ਰੈਜੂਏਟ ਪੱਧਰ ਤੱਕ ਆਉਣ ਦੀ ਰੁਚੀ ਵਧੀ ਹੈ ਔਰ ਇਸ ਸਾਲ ਸਾਡੀ ਯੂਨੀਵਰਸਿਟੀ ਵਿੱਚ ਪੋਸਟ ਗ੍ਰੈਜੂਏਟ ਪ੍ਰੋਗਰਾਮਸ 600 ਭਾਰਤੀ ਵਿਦਿਆਰਥੀਆਂ ਦੇ ਹਨ। ਬਰਤਾਨੀਆ ਤੇ ਫਰਾਂਸ ਦੇ ਗ੍ਰਹਿ ਮੰਤਰੀਆਂ ਨੇ ਇੱਕ ਸਮਝੌਤੇ ਤੇ ਇਸ ਹਫ਼ਤੇ ਦਸਤਖਤ ਕੀਤੇ ਜਿਸ ਤਹਿਤ ਉੱਤਰੀ ਫਰਾਂਸ ਦੇ ਤੱਟਾਂ ਤੇ ਪੁਲਿਸ ਦੀ ਗਸ਼ਤ ਵਧਾਈ ਜਾਏਗੀ ਅਤੇ ਛੋਟੀਆਂ ਕਿਸ਼ਤੀਆਂ ਰਾਹੀਂ ਇੰਗਲਿਸ਼ ਚੈਨਲ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਵਿਅਕਤੀਆਂ ਨੂੰ ਰੋਕਣ ਦਾ ਯਤਨ ਕੀਤਾ ਜਾਏਗਾ। ਸਮਝੌਤੇ ਦੇ ਤਹਿਤ ਫਰਾਂਸ ਵੱਲੋਂ ਤੱਟ ਤੇ ਸਮੁੰਦਰੀ ਸੁਰੱਖਿਆ 'ਚ 40% ਵਾਧਾ ਕੀਤਾ ਜਾਏਗਾ ਔਰ ਜਿਸ ਬਦਲੇ ਬਰਤਾਨਵੀ ਸਰਕਾਰ ਫਰਾਂਸ ਨੂੰ 2022-23 ਵਿੱਚ 7.22 ਕਰੋੜ ਯੂਰੋ ਦੇਗੀ। ਇਸ ਵਿੱਚ ਖੌਲੇਸ ਅਤੇ ਡੰਕਰਿਕ ਵਿੱਚ ਤੱਟਾਂ ਦੀ ਰਾਖੀ ਲਈ 350 ਹੋਰ ਫਰਾਂਸਿਸ ਸੈਨਿਕਾਂ ਤੇ ਪੁਲਿਸ ਮੁਲਾਜ਼ਮਾਂ ਸਮੇਤ ਡਰੋਨ ਅਤੇ ਨਾਈਟ ਵਿਜ਼ਨ ਉਪਕਰਨਾਂ ਦੀ ਤਾਇਨਾਤੀ ਸ਼ਾਮਲ ਹੈ। ਫਰਾਂਸ ਦੇ ਗ੍ਰਹਿ ਮੰਤਰੀ ਗੈਰਾਲਡ ਡਾਰਮੈਨਨ ਅਤੇ ਬਰਤਾਨੀਆ ਦੇ ਗ੍ਰਹਿ ਸਕੱਤਰ ਸੁਏਲਾ ਵੈਬਰਮੈਨ ਨੇ ਪੈਰਿਸ ਵਿੱਚ ਸਮਝੌਤੇ ਤੇ ਦਸਤਖਤ ਕੀਤੇ ਨੇ। ਇਸ ਵਿੱਚ ਮਾਈਗ੍ਰੇਸ਼ਨ ਰੂਟਾਂ ਤੇ ਅਪਰਾਧ ਨਾਲ ਲੜਨ ਦੀਆਂ ਤਜਵੀਜ਼ਾਂ ਸ਼ਾਮਲ ਨੇ। ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਕਿ ਇਹ ਸਮਝੌਤਾ ਆਉਣ ਵਾਲੇ ਮਹੀਨਿਆਂ 'ਚ ਦੁਵੱਲੇ ਸਹਿਯੋਗ ਲਈ ਚੁੱਕੇ ਜਾਣ ਵਾਲੇ ਹੋਰ ਕਦਮਾਂ ਲਈ ਨੀਂਹ ਪੱਥਰ ਸਿੱਧ ਹੋਣਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੰਡੋਨੇਸ਼ੀਆ ਵਿੱਚ ਹੋਈ ਪਹਿਲੀ ਮੁਲਾਕਾਤ ਮਗਰੋਂ ਭਾਰਤੀ ਨੌਜਵਾਨਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ। ਦੁਵੱਲੇ ਅਤੇ ਆਰਥਿਕ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੱਲੋਂ ਸ਼ੁਰੂ ਕੀਤੀ ਗਈ ਨਵੀਂ ਯੋਜਨਾ ਤਹਿਤ ਹਰ ਸਾਲ 3000 ਭਾਰਤੀਆਂ ਨੂੰ ਬ੍ਰਿਟੇਨ ਆਉਣ ਲਈ ਵੀਜ਼ਾ ਦਿੱਤਾ ਜਾਏਗਾ। ਨਵੀਂ UK ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ ਦੇ ਤਹਿਤ ਦੇਸ਼ 18 ਤੋਂ 30 ਸਾਲ ਦੀ ਡਿਗਰੀ ਵਾਲੇ ਪੜ੍ਹੇ ਲਿਖੇ ਭਾਰਤੀ ਨਾਗਰਿਕਾਂ ਨੂੰ UK ਆਉਣ ਅਤੇ 2 ਸਾਲ ਤੱਕ ਕੰਮ ਕਰਨ ਲਈ ਸਾਲਾਨਾ 3000 ਸਥਾਨਾਂ ਦੀ ਪੇਸ਼ਕਸ਼ ਕਰੇਗਾ। ਇਹ ਐਲਾਨ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸੁਨਕ ਵੱਲੋਂ ਇੰਡੋਨੇਸ਼ੀਆ ਵਿੱਚ ਚੱਲ ਰਹੇ G20 ਸਿਖਰ ਸੰਮੇਲਨ ਦੌਰਾਨ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਘੰਟੇ ਕੀਤਾ ਗਿਆ ਸੀ। ਉਹਨਾਂ ਨੇ ਕਿਹਾ ਹੈ ਕਿ ਮੈਂ ਭਾਰਤ ਨਾਲ ਡੂੰਘੇ ਸੱਭਿਆਚਾਰਕ ਅਤੇ ਇਤਿਹਾਸਕ ਸੰਬੰਧਾਂ ਦੇ ਅਵਿਸ਼ਵਾਸ ਯੋਗ ਮੁੱਲ ਨੂੰ ਜਾਣਦਾ। ਮੈਨੂੰ ਖੁਸ਼ੀ ਹੈ ਕਿ ਭਾਰਤ ਦੇ ਸਭ ਤੋਂ ਹੁਸ਼ਿਆਰ ਨੌਜਵਾਨਾਂ ਨੂੰ ਹੁਣ UK ਦੀ ਜ਼ਿੰਦਗੀ ਅਨੁਭਵ ਕਰਨ ਦਾ ਮੌਕਾ ਮਿਲੇਗਾ। ਸਕੀਮ ਪਰਸਪਰ ਹੋਏਗੀ। ਬ੍ਰਿਟੇਨ ਵਿੱਚ ਲਗਭਗ 1/4 ਇੰਟਰਨੈਸ਼ਨਲ ਸਟੂਡੈਂਟਸ ਭਾਰਤ ਤੋਂ ਨੇ ਔਰ UK ਵਿੱਚ ਭਾਰਤੀ ਨਿਵੇਸ਼ 95,000 ਨੌਕਰੀਆਂ ਦਾ ਸਮਰਥਨ ਕਰਦਾ ਹੈ। ਡਾਊਨਿੰਗ ਸਟਰੀਟ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਸਕੀਮ ਦੀ ਸ਼ੁਰੂਆਤ ਭਾਰਤ ਨਾਲ ਸਾਡੇ ਦੁਵੱਲੇ ਸੰਬੰਧਾਂ ਅਤੇ ਇੰਡੋ ਪੈਸੀਫਿਕ ਖੇਤਰ ਨਾਲ ਮਜ਼ਬੂਤ ਸੰਬੰਧ ਬਣਾਉਣ ਲਈ UK ਦੀ ਵਿਆਪਕ ਵਚਨਬੱਧਤਾ ਦੋਵਾਂ ਲਈ ਇੱਕ ਮਹੱਤਵਪੂਰਨ ਪਲ ਹੈ। UK ਭਾਰਤ ਦੇ ਨਾਲ ਇੱਕ ਵਪਾਰਕ ਸਮਝੌਤੇ ਤੇ ਵੀ ਗੱਲਬਾਤ ਕਰ ਰਿਹਾ ਹੈ ਜੋ ਕਿ UK ਭਾਰਤ ਵਪਾਰਕ ਸੰਬੰਧਾਂ ਤੇ ਆਧਾਰਿਤ ਹੋਏਗਾ ਜੋ ਪਹਿਲਾਂ ਤੋਂ ਹੀ 24 ਬਿਲੀਅਨ ਪਾਉਂਡ ਦਾ ਹੈ। ਕੈਨੇਡਾ ਦੇ ਭਾਰਤ ਵਿਚਕਾਰ ਹਵਾਈ ਯਾਤਰਾ ਲਈ ਹੋਰ ਵਿਕਲਪਾਂ ਦੀ ਉਮੀਦ ਕਰ ਸਕਦੇ ਹਾਂ ਕਿਉਂਕਿ ਮਿਸਿਸਾਗਾ ਤੇ ਬਰੈਂਪਟਨ ਵਰਗੇ GTA ਭਾਈਚਾਰੇ ਨੂੰ ਬੰਬਈ ਬੈਂਗਲੁਰੂ ਤੋਂ ਹੋਰ ਬਹੁਤ ਸਾਰੀਆਂ ਭਾਰਤੀ ਮੰਜ਼ਿਲਾਂ ਨਾਲ ਜੋੜਨ ਲਈ ਅਸੀਮਤ ਉਡਾਣਾਂ ਦੀ ਸ਼ੁਰੂਆਤ ਕੀਤੀ ਹੈ। ਫੈਡਰਲ ਸਰਕਾਰ ਨੇ ਭਾਰਤ ਦੇ ਨਾਲ ਇੱਕ ਨਵਾਂ ਸੌਦਾ ਕੀਤਾ ਹੈ ਜਿਸ ਨਾਲ ਮਨੋਨੀਤ ਏਅਰਲਾਈਨਾਂ ਨੂੰ ਦੋਵਾਂ ਦੇਸ਼ਾਂ ਵਿਚਕਾਰ ਅਸੀਮਤ ਗਿਣਤੀ 'ਚ ਉਡਾਣਾਂ ਚਲਾਉਣ ਦੀ ਆਗਿਆ ਦਿੱਤੀ ਗਈ ਹੈ। ਪਿਛਲੇ ਸਮਝੌਤੇ ਤੋਂ ਇੱਕ ਬਹੁਤ ਵੱਡਾ ਵਾਧਾ ਹੈ ਜਿਸ ਨੇ ਹਰੇਕ ਦੇਸ਼ ਨੂੰ ਪ੍ਰਤੀ ਹਫ਼ਤੇ ਕੇਵਲ 35 ਉਡਾਣਾਂ ਤੱਕ ਸੀਮਿਤ ਕੀਤਾ ਸੀ। ਮਿਸੀਸਾਗਾ ਦੇ MPP ਤੇ ਟਰਾਂਸਪੋਰਟ ਮੰਤਰੀ ਉਮਰ ਅਲਗਬਰਾ ਨੇ ਸੋਮਵਾਰ ਨੂੰ ਮਿਸੀਸਾਗਾ ਦੇ ਪੀਅਰਸਨ ਹਵਾਈ ਅੱਡੇ ਤੇ ਇਹ ਘੋਸ਼ਣਾ ਕਰਦੇ ਹੋਏ ਕਿਹਾ ਕਿ ਨਵਾਂ ਸਮਝੌਤਾ ਏਅਰਲਾਈਨਾਂ ਲਈ ਫਾਇਦੇਮੰਦ ਹੋਏਗਾ। ਅਲਗਬਰਾ ਨੇ ਕਿਹਾ ਕਿ ਵਸਤਾਂ ਤੇ ਲੋਕਾਂ ਦੀ ਆਵਾਜਾਈ ਨੂੰ ਤੇਜ਼ ਅਤੇ ਆਸਾਨ ਬਣਾ ਕੇ ਇਹ ਵਿਸਤ੍ਰਿਤ ਸਮਝੌਤਾ ਕੈਨੇਡਾ ਤੇ ਭਾਰਤ ਵਿਚਕਾਰ ਵਪਾਰ ਤੇ ਨਿਵੇਸ਼ ਦੀ ਸਹੂਲਤ ਜਾਰੀ ਰੱਖੇਗਾ ਤੇ ਸਾਡੇ ਕਾਰੋਬਾਰਾਂ ਨੂੰ ਵਧਣ ਤੇ ਸਫਲ ਹੋਣ ਵਿੱਚ ਮਦਦ ਕਰੇਗਾ। ਫੈਡਸ ਦਾ ਕਹਿਣਾ ਹੈ ਕਿ ਕੈਨੇਡਾ ਦੇ ਮੌਜੂਦਾ ਹਵਾਈ ਆਵਾਜਾਈ ਸੰਬੰਧਾਂ ਦਾ ਵਿਸਤਾਰ ਕਰਨ ਦੇ ਨਾਲ ਏਅਰਲਾਈਨਸ ਨੂੰ ਵਧੇਰੇ ਫਲਾਈਟਸ ਵਿਕਲਪ ਅਤੇ ਰੂਟਿੰਗ ਪੇਸ਼ ਕਰਨ ਦੀ ਆਗਿਆ ਮਿਲੇਗੀ ਜਿਸ ਨਾਲ ਯਾਤਰੀਆਂ ਅਤੇ ਕਾਰੋਬਾਰਾਂ ਦੋਵਾਂ ਨੂੰ ਵਧੇਰੇ ਵਿਕਲਪ ਪ੍ਰਦਾਨ ਕਰਕੇ ਫਾਇਦਾ ਹੋਏਗਾ। ਭਾਰਤ ਕੈਨੇਡਾ ਦਾ ਚੌਥਾ ਸਭ ਤੋਂ ਵੱਡਾ ਇੰਟਰਨੈਸ਼ਨਲ ਹਵਾਈ ਆਵਾਜਾਈ ਬਾਜ਼ਾਰ ਹੈ। ਸਮਝੌਤਾ ਕੈਨੇਡੀਅਨ ਏਅਰ ਕੈਰੀਅਰਾਂ ਨੂੰ ਬੈਂਗਲੁਰੂ, ਚੇਨਈ, ਦਿੱਲੀ, ਹੈਦਰਾਬਾਦ, ਕਲਕੱਤਾ ਅਤੇ ਬੰਬਈ ਤੱਕ ਫਲਾਈਟਾਂ ਦਿੰਦਾ ਹੈ ਜਦੋਂ ਕਿ ਭਾਰਤੀ ਹਵਾਈ ਜਹਾਜ਼ਾਂ ਨੂੰ ਟੋਰਾਂਟੋ, ਮੌਂਟਰੀਅਲ, ਐਡਮਿੰਟਨ, ਵੈਨਕੂਵਰ ਅਤੇ ਭਾਰਤ ਦੁਆਰਾ ਚੁਣੇ ਜਾਣ ਵਾਲੇ 2 ਹੋਰ ਸਥਾਨਾਂ ਤੱਕ ਪਹੁੰਚ ਹੋਏਗੀ। ਐਨਜੀ ਨੇ ਕਿਹਾ ਹੈ ਕਿ ਵਿਸਤ੍ਰਿਤ ਹਵਾਈ ਆਵਾਜਾਈ ਸਮਝੌਤਾ ਕੈਨੇਡਾ ਤੇ ਭਾਰਤ ਵਿਚਕਾਰ ਵਧੇਰੇ ਪੇਸ਼ੇਵਰਾਂ, ਵਿਦਿਆਰਥੀਆਂ, ਕਾਰੋਬਾਰੀਆਂ, ਨਿਵੇਸ਼ਕਾਂ ਨੂੰ ਲਿਜਾਣ ਵਿੱਚ ਮਦਦ ਕਰੇਗਾ।
ਨਵਾਂ ਸਮਝੌਤਾ ਬਰੈਂਪਟਨ ਦੀ ਸੰਸਦ ਮੈਂਬਰ ਰੂਬੀ ਸਹੋਤਾ ਵੱਲੋਂ ਪੀਅਰਸਨ ਹਵਾਈ ਅੱਡੇ ਤੋਂ ਭਾਰਤੀ ਰਾਜ ਪੰਜਾਬ ਲਈ ਸਿੱਧੀਆਂ ਉਡਾਣਾਂ ਦੀ ਮੰਗ ਕਰਨ ਤੋਂ 6 ਮਹੀਨੇ ਬਾਅਦ ਹੋਇਆ ਹੈ। ਹਾਲਾਂਕਿ ਸਮਝੌਤੇ ਨੇ ਪੰਜਾਬ ਦੇ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਨੂੰ ਜੋੜਿਆ ਨਹੀਂ ਹੈ। ਪੰਜਾਬ ਦੇ ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਲਗਭਗ 244 ਕਿਲੋਮੀਟਰ ਦੂਰ ਦਿੱਲੀ ਤੱਕ ਪਹੁੰਚ ਵਿੱਚ ਸੁਧਾਰ ਕੀਤਾ ਜਾਏਗਾ। ਸਾਊਦੀ ਅਰਬ ਦੀ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਲਈ ਇੱਕ ਰਾਹਤ ਭਰੀ ਖਬਰ ਹੈ। ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਸੰਬੰਧਾਂ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ ਕਿ ਹੁਣ ਸਾਊਦੀ ਅਰਬ ਦਾ ਵੀਜ਼ਾ ਪ੍ਰਾਪਤ ਕਰਨ ਦੇ ਲਈ ਭਾਰਤੀ ਨਾਗਰਿਕਾਂ ਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੀ ਲੋੜ ਨਹੀਂ ਹੋਏਗੀ। ਇਸ ਬਾਰੇ ਦਿੱਲੀ ਵਿੱਚ ਸਥਿਤ ਸਾਊਦੀ ਦੂਤਵਾਸ ਨੇ ਟਵੀਟ ਕੀਤਾ ਹੈ। ਟਵੀਟ ਵਿੱਚ ਲਿਖਿਆ ਗਿਆ ਹੈ ਕਿ ਸਾਊਦੀ ਅਰਬ ਅਤੇ ਭਾਰਤ ਵਿਚਕਾਰ ਮਜ਼ਬੂਤ ਸੰਬੰਧਾਂ ਅਤੇ ਰਣਨੀਤੀ ਨੂੰ ਜੋੜਿਆ ਗਿਆ ਹੈ। ਦੂਤਵਾਸ ਦੀ ਦਿਸ਼ਾ ਤੋਂ ਜਾਰੀ ਪੱਤਰ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਹਾਸਲ ਕਰਨ ਦੇ ਲਈ PCC ਜਮ੍ਹਾਂ ਕਰਨ ਦੀ ਲੋੜ ਨਹੀਂ ਹੋਏਗੀ। ਇਹ ਫੈਸਲਾ ਦੋਵਾਂ ਦੇਸ਼ਾਂ ਵਿਚਕਾਰ ਵੱਧਦੇ ਸੰਬੰਧਾਂ ਅਤੇ ਮਜ਼ਬੂਤ ਬਣਾਉਣ ਲਈ ਉਠਾਇਆ ਗਿਆ। 2019 ਵਿੱਚ ਸਾਊਦੀ ਅਤੇ ਭਾਰਤ ਸਰਕਾਰ ਦੇ ਵਿਚਕਾਰ ਇਸ ਬਾਰੇ ਗੱਲਬਾਤ ਸ਼ੁਰੂ ਹੋਈ ਹੈ। ਉਸੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਵੀ ਸਾਊਦੀ ਗਏ ਸੀ। ਇਸ ਤੋਂ ਬਾਅਦ ਵਿਦੇਸ਼ ਮੰਤਰੀ S ਜੈਸ਼ੰਕਰ ਅਤੇ ਸਾਊਦੀ ਵਿਦੇਸ਼ ਮੰਤਰੀ ਵਿਚਕਾਰ ਇਸ ਬਾਰੇ ਵਿਸਤਾਰ ਨਾਲ ਗੱਲਬਾਤ ਹੋਈ। ਕੋਰੋਨਾ ਕਾਲ ਕਾਰਨ ਇਹ ਗੱਲਬਾਤ ਕਿਸੇ ਮੁਕਾਮ ਤੱਕ ਨਹੀਂ ਪਹੁੰਚ ਸਕੀ ਸੀ। ਤਦ ਸਾਊਦੀ ਅਰਬ ਨੇ ਕਿਹਾ ਸੀਗਾ ਕਿ ਉਹ ਭਾਰਤੀ ਨਾਗਰਿਕਾਂ ਦੇ ਹਿੱਤ 'ਚ ਕਈ ਫੈਸਲੇ ਲੈਣਗੇ ਔਰ ਇਸ ਤੋਂ ਬਾਅਦ ਦੋਵਾਂ ਦੇਸ਼ ਸੰਪਰਕ 'ਚ ਆਏ ਅਤੇ ਹੁਣ ਸਾਊਦੀ ਅਰਬ ਦਾ ਇਹ ਫੈਸਲਾ ਆਇਆ। ਕੇਂਦਰੀ ਹਵਾਬਾਜ਼ੀ ਮੰਤਰਾਲਾ ਨੇ ਕੋਰੋਨਾ ਵਾਇਰਸ ਦੇ ਘਟ ਰਹੇ ਕੇਸਾਂ ਦੇ ਮੱਦੇਨਜ਼ਰ ਕਿਹਾ ਹੈ ਕਿ ਹਵਾਈ ਯਾਤਰਾ ਦੌਰਾਨ ਹੁਣ ਮਾਸਕ ਪਹਿਨਣਾ ਲਾਜ਼ਮੀ ਨਹੀਂ ਹੈ, ਪਰ ਫਿਰ ਵੀ ਯਾਤਰੀਆਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਉਹ ਆਪਣੀ ਸੁਰੱਖਿਆ ਲਈ ਮਾਸਕ ਪਹਿਨ ਸਕਦੇ ਨੇ। ਜ਼ਿਕਰਯੋਗ ਹੈ ਕਿ ਹਵਾਬਾਜ਼ੀ ਮੰਤਰਾਲਾ ਵੱਲੋਂ ਜਾਰੀ ਕੀਤੀਆਂ ਤਾਜ਼ਾ ਹਦਾਇਤਾਂ ਤੋਂ ਪਹਿਲਾਂ ਹਵਾਈ ਯਾਤਰਾ ਦੌਰਾਨ ਮਾਸਕ ਪਹਿਨਣਾ ਲਾਜ਼ਮੀ ਸੀ। ਦੇਸ਼ ਦੀਆਂ 에ਅਰਲਾਈਨਸ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਔਰ ਮੰਤਰਾਲਾ ਨੇ ਕਿਹਾ ਕਿ ਹਵਾਈ ਯਾਤਰਾ ਦੌਰਾਨ ਮੁਸਾਫਰਾਂ ਨੂੰ ਸੁਝਾਅ ਦਿੱਤਾ ਜਾਏਗਾ ਕਿ ਉਹ ਮਾਸਕ ਪਹਿਨਣ, ਪਰ ਇਹ ਐਲਾਨ ਨਾ ਕੀਤਾ ਜਾਏ ਕਿ ਮਾਸਕ ਨਾ ਪਹਿਨਣ ਤੇ ਜੁਰਮਾਨਾ ਕੀਤਾ ਜਾਏਗਾ ਜਾਂ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਅਮਰੀਕਾ, ਕੈਨੇਡਾ ਸਣੇ ਵੱਖ-ਵੱਖ ਮੁਲਕਾਂ ਦੇ ਜਾਲੀ ਵੀਜ਼ਾ ਲਾ ਕੇ ਕਰੋੜਾਂ ਰੁਪਏ ਠੱਗਣ ਵਾਲੇ ਗਰੋਹ ਦਾ ਸਰਗਨਾ ਆਖਰਕਾਰ ਪੁਲਿਸ ਦੇ ਅੜਿੱਕੇ ਆਇਆ। ਕੌਮਾਂਤਰੀ ਇਮੀਗ੍ਰੇਸ਼ਨ ਡਾਇਰੈਕਟਰ ਵਿੱਚ ਲੋੜੀਂਦੇ ਮਨਜੀਤ ਉਰਫ ਬੱਕੂ ਨੂੰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਤੋਂ ਕਾਬੂ ਕੀਤਾ ਗਿਆ। ਇੰਡੀਆ ਟੂਡੇ ਦੀ ਰਿਪੋਰਟ ਦੇ ਮੁਤਾਬਕ ਇਮੀਗ੍ਰੇਸ਼ਨ ਏਜੰਟਾਂ ਵੱਲੋਂ ਲੋਕਾਂ ਨੂੰ ਘੱਟ ਖਰਚੇ ਤੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ UK ਵਰਗੇ ਮੁਲਕਾਂ 'ਚ ਭੇਜਣ ਦਾ ਲਾਲਚ ਦਿੱਤਾ ਜਾਂਦਾ ਹੈ ਅਤੇ ਬਣਦੀ ਰਕਮ ਲੈ ਕੇ ਉਹਨਾਂ ਨੂੰ ਜਾਲੀ ਪਾਸਪੋਰਟ ਤੇ ਜਾਂ ਉਹਨਾਂ ਦੇ ਪਾਸਪੋਰਟ ਤੇ ਜਾਲੀ ਵੀਜ਼ਾ ਲਗਾ ਦਿੱਤਾ ਜਾਂਦਾ ਹੈ। ਇਹ ਸਨ ਇਸ ਹਫ਼ਤੇ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਖਬਰਾਂ। ਅਗਲੇ ਹਫ਼ਤੇ ਫਿਰ ਤੋਂ ਹਾਜ਼ਰ ਹੋਊਂਗੀ ਬਹੁਤ ਸਾਰੀਆਂ ਇਮੀਗ੍ਰੇਸ਼ਨ ਦੇ ਨਾਲ ਵੱਖਰੇ ਦੇਸ਼ਾਂ ਦੀਆਂ ਜੁੜੀਆਂ ਖਬਰਾਂ ਲੈ ਕੇ। ਫਿਲਹਾਲ ਵਰੁਣ ਕੌਰ ਮਾਨ ਨੂੰ ਦੇ ਦਿਓ ਆਗਿਆ ਤੇ ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV। ਸ਼ੁਕਰੀਆ, ਸਤਿ ਸ੍ਰੀ ਅਕਾਲ।